ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਰਲ ਮਿਲ ਕੇ ਵਿਚਾਰ ਚਰਚਾ ਕਰਨੀ ਹੈ। ਕੱਲ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਕਮੇਟੀ ਬਣਾਈ ਹੈ ਤੇ ਕਮੇਟੀ ਮੀਟਿੰਗ ਕਰਨ ਵਾਸਤੇ ਗਈ ਸੀ। ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਤੇ ਕੀ ਕੱਢਿਆ ਤੇ ਕੀ ਪਾਇਆ ਤੇ ਕੀ ਗਵਾਇਆ, ਇਹ ਖਬਰ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਸਾਂਝੀ ਕਰਾਂਗੇ। ਅਗਲੀ ਖਬਰ ਹੈ ਕਿ ਇਸ ਮੀਟਿੰਗ ਤੋਂ ਬਾਅਦ ਇੰਜ ਜਾਪ ਰਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਕਿਸਾਨਾਂ ਦਾ ਹੇਜ ਆ ਰਿਹਾ। ਉਹਨਾਂ ਨੇ ਕੀ ਕਿਹਾ, ਇਹ ਜਾਣਕਾਰੀ ਵੀ ਦੇਵਾਂਗੇ। ਤੇ ਨਾਲ ਹੀ ਲਗਭਗ 3 ਹਫ਼ਤਿਆਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਜ਼ੋਰ ਪਾ ਰਹੀਆਂ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ, ਉਹਦਾ ਵੀ ਐਲਾਨ ਕਰ ਦਿੱਤਾ ਹੈ। ਤੇ ਅਗਲਾ ਕੇਸ ਸੁਮੇਧ ਸੈਣੀ ਵਾਲਾ ਕੇਸ ਕਹੀਏ ਜਾਂ ਮੁਲਤਾਨੀ ਦਾ ਕੇਸ। ਮੁਲਤਾਨੀ ਕੇਸ ਦੇ ਵਿੱਚ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੱਖ ਰੱਖਣ ਦੇ ਵਾਸਤੇ ਸਮਾਂ ਦਿੱਤਾ ਹੈ। ਅਗਲਾ 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹੋਣਗੀਆਂ ਤੇ ਭਵਿੱਖਬਾਣੀਆਂ ਦਾ ਵੈਸੇ ਚੋਣ ਨਾਲ ਕੋਈ ਲੈਣਾ ਦੇਣਾ ਹੋਣਾ ਨਹੀਂ ਚਾਹੀਦਾ, ਪਰ ਫਿਰ ਵੀ ਹਰ ਇੱਕ ਚੋਣ ਤੋਂ ਪਹਿਲਾਂ ਸੱਟੇ ਵੀ ਲੱਗਦੇ ਆ, ਭਵਿੱਖਬਾਣੀਆਂ ਵੀ ਹੁੰਦੀਆਂ ਨੇ, ਪੋਲ ਵੀ ਹੁੰਦੇ ਨੇ ਤੇ ਕਿ ਅਗਲਾ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੋਏਗਾ। ਤੇ ਆਹ ਖਬਰ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਅਗਲੀ ਖਬਰ ਹੈ। ਪੰਜਾਬ ਪੁਲਿਸ ਦੇ ਵਿੱਚ ਇਹ ਨਹੀਂ ਕਿ ਫਿੱਟ ਤੁਹਾਨੂੰ ਨਜ਼ਰ ਪੁਲਿਸ ਅਫਸਰ ਜਾਂ ਮੁਲਾਜ਼ਮ ਨਹੀਂ ਆਉਂਦੇ, ਪਰ ਇਹ ਵੀ ਨਹੀਂ ਕਿ ਮੋਟੇ ਢਿੱਡਾਂ ਵਾਲੇ ਨਜ਼ਰ ਨਹੀਂ ਆਉਂਦੇ। ਆਹ ਮੋਟੇ ਢਿੱਡਾਂ ਵਾਲੇ ਮੁਲਾਜ਼ਮਾਂ ਨੂੰ ਹਾਈ ਕੋਰਟ ਨੇ ਹਾਲਤ ਉਹਨਾਂ ਦੀ ਪਤਲੀ ਕਿਵੇਂ ਕੀਤੀ ਹੈ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਅਗਲੀ ਖਬਰ ਸਾਡੀ ਇਸ ਵਕਤ ਫਿਤਰਤ ਕਿਹੋ ਜਿਹੀ ਬਣਦੀ ਜਾ ਰਹੀ ਹੈ, ਲਗਭਗ ਉਹਦੇ ਨਾਲ ਸੰਬੰਧਿਤ ਹੈ। ਹੁਣ ਆਮ ਤੌਰ ਤੇ ਜੇਕਰ ਕਹਿ ਦਈਏ ਕਿ ਤੇਰਾ ਘਰ ਵਾਲਾ ਮਰ ਜੇ ਜਾਂ ਮਰ ਗਿਆ, ਕੋਈ ਬੰਦਾ ਕੋਈ ਔਰਤ ਇਸ ਤਰ੍ਹਾਂ ਦੀ ਗੱਲ ਸਹਿਣ ਨਹੀਂ ਕਰ ਸਕਦੀ, ਪਰ ਜੇ ਕੋਈ ਆਪ ਹੀ ਕਾਗਜ਼ਾਂ 'ਚ ਮਾਰੇ ਫਿਰ ਉਹਦੀ ਪੈਨਸ਼ਨ ਹੜੱਪਦਾ ਹੋਵੇ ਤੇ ਸਾਡੇ ਡਿੱਗਦੇ ਕਿਰਦਾਰਾਂ ਤੇ ਮਿਆਰਾਂ ਦੀ ਨਿਸ਼ਾਨੀ ਹੈ। ਇਹ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਆਪਾਂ ਰਲ ਮਿਲ ਕੇ ਵਿਚਾਰ ਚਰਚਾ ਕਰਾਂਗੇ। ਉਹਦੇ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ, ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰ ਲਿਓ ਤਾਂ ਕਿ ਰੋਜ਼ਾਨਾ ਦੀ ਆਪਣੀ ਮੁਲਾਕਾਤ ਹੁੰਦੀ ਰਹੇ ਤੇ ਇਹ ਬਰਕਰਾਰ ਰਹੇ। ਸਭ ਤੋਂ ਪਹਿਲੀ ਅਹਿਮ ਅਤੇ ਵੱਡੀ ਖਬਰ ਕਿਸਾਨੀ ਦੀ ਗੱਲ ਕਰ ਸਕਦੇ ਹਾਂ। ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਲਗਾਤਾਰ ਵਿਰੋਧ ਹੋ ਰਿਹਾ ਹੈ, ਹਰਿਆਣੇ ਵਿੱਚ ਵਿਰੋਧ ਹੋ ਰਿਹਾ ਹੈ, 20-22 ਸੂਬੇ ਹੋਰ ਵੀ ਨੇ। ਇਹਨਾਂ ਬਣਾਏ ਕਾਨੂੰਨਾਂ ਦੇ ਖਿਲਾਫ ਸੰਘਰਸ਼ ਦੇ ਰਾਹ ਤੇ ਤੁਰਿਆ ਹੋਇਆ ਕਿਸਾਨ ਤੇ ਕਿਸਾਨ ਜਥੇਬੰਦੀਆਂ। ਕੇਂਦਰ ਸਰਕਾਰ ਵੱਲੋਂ, ਭਾਰਤ ਸਰਕਾਰ ਵੱਲੋਂ ਖੇਤੀ ਮੰਤਰਾਲੇ ਦੇ ਸਕੱਤਰ ਨੇ ਸੰਜੇ ਅਗਰਵਾਲ, ਉਹਨਾਂ ਵੱਲੋਂ ਦੂਸਰਾ ਸੱਦਾ ਦਿੱਤਾ ਗਿਆ ਸੀ ਕਿਸਾਨ ਜਥੇਬੰਦੀਆਂ ਨੂੰ। 29 ਜਥੇਬੰਦੀਆਂ ਦੀ ਮੀਟਿੰਗ ਹੋਈ ਸੀ। 31 ਦੇ ਵਿੱਚੋਂ ਸਿਰਫ 29 ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਕਿ ਚਲੋ ਭਾਈ ਗੱਲਬਾਤ ਮਸਲੇ ਦਾ ਹੱਲ ਹੈ, ਚੱਲਦੇ ਆਂ ਦਿੱਲੀ ਸੰਜੇ ਅਗਰਵਾਲ ਦੇ ਨਾਲ ਗੱਲਬਾਤ ਕਰਦੇ ਆਂ ਤੇ ਗੱਲਬਾਤ ਵਿੱਚੋਂ ਹੋ ਸਕਦਾ ਕੋਈ ਚੰਗਾ ਨਿਕਲਿਆ ਆਵੇ। ਪਰ ਗੱਲਬਾਤ ਖਬਰ ਮਿਲ ਰਹੀ ਹੈ ਕਿ ਸਿਰੇ ਨਹੀਂ ਲੱਗੀ, ਵਿਚਾਲੇ ਟੁੱਟ ਗਈ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਮੀਟਿੰਗ ਕਰਨ ਵਾਸਤੇ ਗਏ ਸਨ, ਇਸ ਚੱਲਦੀ ਮੀਟਿੰਗ ਦੇ ਵਿੱਚੋਂ ਉੱਠ ਕੇ ਬਾਹਰ ਆਉਣ ਵਾਸਤੇ ਮਜਬੂਰ ਹੋ ਗਏ। ਕਾਰਨ ਕੀ ਰਹੇ, ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੇ ਇਹਦੇ ਨਾਲ ਹੀ ਜਦੋਂ ਇਹ ਗੱਲਬਾਤ, ਇਹ ਮੀਟਿੰਗ ਬੇਨਤੀਜਾ ਰਹੀ, ਬੇਸਿੱਟਾ ਰਹੀ, ਵਿਚਾਲੇ ਟੁੱਟ ਗਈ, ਤਾਂ ਕਿਸਾਨ ਜਥੇਬੰਦੀਆਂ ਨੇ ਅਗਲੇ ਸੰਘਰਸ਼ ਦੇ ਵਾਸਤੇ ਚੰਡੀਗੜ੍ਹ ਦੇ ਵਿੱਚ 15 ਅਕਤੂਬਰ ਨੂੰ ਇੱਕ ਵਾਰ ਫੇਰ ਮੀਟਿੰਗ ਰੱਖ ਦਿੱਤੀ ਹੈ। ਤੇ ਪਤਾ ਲੱਗਿਆ ਕਿ ਇਹ ਮੀਟਿੰਗ ਉਸ ਵੇਲੇ ਬਿਨਾਂ ਕਿਸੇ ਹੱਲ ਤੋਂ ਅੱਧ ਵਿਚਾਲੇ ਸਮਾਪਤ ਹੋਈ ਹੈ, ਜਦੋਂ ਮੀਟਿੰਗ ਵਿੱਚ ਕੋਈ ਕੇਂਦਰੀ ਮੰਤਰੀ ਆਇਆ ਹੀ ਨਹੀਂ। ਹਾਲਾਂਕਿ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਲੱਗਦਾ ਸੀ ਕਿ ਇਸ ਮੀਟਿੰਗ ਦੇ ਵਿੱਚ ਰਾਜਨਾਥ ਸਿੰਘ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਉਹ ਜ਼ਰੂਰ ਦੋਵੇਂ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਇਹ ਜਥੇਬੰਦੀਆਂ ਦਿੱਲੀ 'ਚ ਨਵੇਂ ਬਣੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕੇਂਦਰ ਸਰਕਾਰ ਵੱਲੋਂ ਦਿੱਤੇ ਸੱਦੇ ਤਹਿਤ ਗੱਲਬਾਤ ਕਰਨ ਦੇ ਵਾਸਤੇ ਸਵੇਰ ਵੱਡੇ ਤੜਕੀ ਪਹੁੰਚ ਗਈਆਂ ਸਨ। ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਗੱਲ ਬਣ ਜਾਣੀ ਹੈ, ਸ਼ਾਇਦ ਕਿਸੇ ਤਣ ਪੱਤਣ ਗੱਲ ਲੱਗੇਗੀ। ਹੁਣ ਸੂਬਾ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਤੇ ਨਾਲ ਉਹਨਾਂ ਦੀ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਨੇ ਐਡਵੋਕੇਟ ਬਲਕਰਨ ਸਿੰਘ ਬੱਲੀ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਪ੍ਰਧਾਨ ਨੇ ਬੋਗ ਸਿੰਘ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਮੰਤਰੀ ਆਪ ਤਾਂ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ, ਫਿਰ ਸਾਨੂੰ ਉੱਥੇ ਕਾਹਦੇ ਵਾਸਤੇ ਬੁਲਾਇਆ। ਉਹ ਕਹਿੰਦੇ ਸਾਨੂੰ ਦਿੱਲੀ ਬੁਲਾ ਲਿਆ, ਇਹਦਾ ਮਤਲਬ ਕਿਸਾਨਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਉਹ ਗੁੰਮਰਾਹ ਕਰ ਰਹੇ।
ਉਹ ਕਹਿੰਦੇ ਪੰਜਾਬ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਉਹ ਜਿੰਨੀਆਂ ਨੇ ਸਾਂਝੀ ਇੱਕ ਕਮੇਟੀ ਬਣਾ ਕੇ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ। ਉਹ ਕਹਿੰਦੇ ਅਸੀਂ ਮੀਟਿੰਗ ਵਿੱਚ ਗਏ ਪਰ ਉਸ ਵਕਤ ਰੌਲਾ ਪੈ ਗਿਆ। ਜਦੋਂ ਅਸੀਂ ਦੇਖਿਆ ਕਿ ਭਾਈ ਇੱਥੇ ਤਾਂ ਸੰਜੇ ਅਗਰਵਾਲ ਆ, ਉਹਦਾ ਹਮਲਾ ਫੈਲਿਆ ਹੈ ਤੇ ਕੋਈ ਮੰਤਰੀ ਤਾਂ ਨਜ਼ਰ ਹੀ ਨਹੀਂ ਆ ਰਿਹਾ। ਤੇ ਬਾਅਦ ਦੇ ਵਿੱਚ ਕਿਸਾਨਾਂ ਨੇ ਫਿਰ ਉੱਥੇ ਕੇਂਦਰ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਸਰਕਾਰ ਨੂੰ, ਭਾਜਪਾ ਪਾਰਟੀ ਨੂੰ ਕਿਸਾਨ ਵਿਰੋਧੀ ਵੀ ਗਰਦਾਨਿਆ। ਉਹਨਾਂ ਇਹ ਵੀ ਦੱਸਿਆ ਕਿ ਜਥੇਬੰਦੀਆਂ ਵੱਲੋਂ ਤਿੰਨੇ ਹੀ ਖੇਤੀ ਕਾਨੂੰਨ ਵਾਪਸ ਲੈਣ, ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਮਿਥਣ ਤੇ ਸਾਰੀਆਂ ਜਿਣਸਾਂ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਦੇ ਮੁਤਾਬਕ ਹੋਣ ਦੀ ਗਰੰਟੀ ਦੀ ਗੱਲ ਸਕੱਤਰ ਕੋਲ ਅਸੀਂ ਰੱਖ ਕੇ ਵਾਪਸ ਆ ਗਏ ਹਾਂ। ਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜਿਹੜੇ ਸੂਬਾ ਪ੍ਰਧਾਨ ਬੋਗ ਸਿੰਘ ਨੇ ਉਹ ਦੱਸ ਰਹੇ ਸੀ ਕਿ ਅਗਲੇ ਸੰਘਰਸ਼ ਨੂੰ ਜਾਰੀ ਰੱਖਣ ਦੇ ਵਾਸਤੇ ਕੱਲ੍ਹ ਨੂੰ ਭਲਕੇ 15 ਅਕਤੂਬਰ ਨੂੰ ਅਸੀਂ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਫਿਰ ਇਕੱਠੇ ਹੋ ਰਹੇ ਹਾਂ। ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਗਈ ਹੈ ਪਰ ਇਸ ਮੀਟਿੰਗ ਦੇ ਵਿੱਚ ਅਸੀਂ ਕਹਿੰਦੇ ਆਪਣਾ ਪੱਖ ਰੱਖਣ ਗਏ ਸੀ, ਪੱਖ ਰੱਖੇ ਆਏ ਹਾਂ, ਪਰ ਉੱਥੇ ਨਾ ਤਾਂ ਕੋਈ ਮੰਤਰੀ ਸੀ ਤੇ ਨਾ ਜਿਹੜੀਆਂ ਗੱਲਾਂ ਸਾਨੂੰ ਲੱਗਦਾ ਸੀ ਕਿ ਉਹ ਸਾਡੀਆਂ ਸੁਣੀਆਂ ਜਾਣਗੀਆਂ। ਜਦੋਂ ਸਾਨੂੰ ਲੱਗਿਆ ਕਿ ਉਹ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ, ਉਸ ਤਰ੍ਹਾਂ ਦੀ ਗੱਲਬਾਤ ਕੋਈ ਹੋ ਨਹੀਂ ਸੀ ਰਹੀ ਤੇ ਅਸੀਂ ਉਹ ਮੀਟਿੰਗ ਵਿਚਾਲੇ ਛੱਡ ਕੇ ਆ ਗਏ ਹਾਂ। ਹੁਣ ਤੁਸੀਂ ਦੇਖੋ ਕਿ ਇੱਕ ਕਿਸਾਨ ਜਥੇਬੰਦੀ ਨੂੰ ਤੁਸੀਂ ਸੱਦਾ ਭੇਜ ਰਹੇ ਹੋ, ਦੂਜੀ ਵਾਰ ਸੱਦਾ ਭੇਜ ਰਹੇ ਹੋ। ਸੱਦੇ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਗੱਲ ਸੀ ਕਿ ਸੰਜੇ ਅਗਰਵਾਲ ਨੇ ਕੱਲ੍ਹ ਪੰਜਾਬ ਦੇ ਵਧੀਕ ਸਕੱਤਰ ਨੂੰ ਫੋਨ ਕੀਤਾ, ਫੋਨ ਕਰਕੇ ਪੁੱਛ ਰਹੇ ਨੇ ਕਿ ਦੱਸੋ ਮੰਡੀਕਰਨ ਕੀ ਹੈ। ਪੰਜਾਬ ਦੇ ਵਧੀਕ ਸਕੱਤਰ ਤਿਵਾੜੀ ਸਾਹਿਬ ਨੇ ਦੱਸਿਆ ਸੀ ਕਿ 3500 ਕਰੋੜ ਰੁਪਏ ਦਾ ਮਾਲੀ ਆਉਂਦਾ ਜਿਹੜੀ ਅਸੀਂ ਜਿਣਸਾਂ ਵੇਚਦੇ ਹਾਂ ਤੇ ਉਹ 3500 ਕਰੋੜ ਰੁਪਏ ਦੇ ਨਾਲ ਅਸੀਂ ਪੰਜਾਬ ਦੀਆਂ ਪੇਂਡੂ ਸੜਕਾਂ ਦਾ ਵਿਕਾਸ ਕਰਦੇ ਹਾਂ। ਇਹਦਾ ਮਤਲਬ ਇਹ ਤਾਂ ਉਹੀ ਗੱਲ ਹੋ ਗਈ ਕਿ ਵਿੰਨੋ ਕੁੜੀ ਦੇ ਕੰਨ ਤੇ ਬੂਹੇ ਆਈ ਜਨ। ਸੰਜੇ ਅਗਰਵਾਲ ਸਾਹਿਬ ਮੀਟਿੰਗ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਧੀਕ ਸਕੱਤਰ ਨੂੰ ਫੋਨ ਕਰਕੇ ਜਾਣਕਾਰੀ ਲੈਂਦੇ ਆ ਕਿ ਮੰਡੀਕਰਨ ਦੱਸੋ, ਕਿਸਾਨ ਕਿਵੇਂ ਕਿਸਾਨੀ ਇੱਥੇ ਪੰਜਾਬ ਦੇ ਵਿੱਚ ਹੈ। ਕਮਾਲ ਹੈ, ਸੱਦੇ ਤੁਸੀਂ ਦੇ ਰਹੇ ਹੋ, ਪਹਿਲਾਂ 6 ਅਕਤੂਬਰ ਨੂੰ ਸੀ, ਫਿਰ 14 ਅਕਤੂਬਰ ਨੂੰ ਸੀ। ਉਹ ਘੱਟੋ ਘੱਟ ਭਾਈ ਪਹਿਲਾਂ ਆਪਣਾ ਹੋਮਵਰਕ ਕਰੋ। ਪਰ ਦੂਸਰੇ ਪਾਸੇ ਕਿਸਾਨ ਚੰਗੇ ਰਹੇ, ਉਹ ਆਪਣੀਆਂ ਮੰਗਾਂ ਰੱਖ ਕੇ ਆ ਗਏ ਆ। ਹੁਣ ਦੇਖਦੇ ਹਾਂ ਕਿ ਅਗਲਾ ਸੱਦਾ ਆਉਂਦਾ ਜਾਂ ਫਿਰ ਕਿਸਾਨਾਂ ਨੂੰ ਲਗਾਤਾਰ ਸੰਘਰਸ਼ ਦੇ ਰਾਹ ਤੇ ਪੈਣਾ ਪਏਗਾ। ਤੇ ਅੱਜ ਜਿਹੜੀ ਫਿਰ ਮੀਟਿੰਗ 15 ਅਕਤੂਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਹੋਣੀ ਹੈ, ਵੇਖਦੇ ਹਾਂ ਕਿ ਉਹਦੇ ਵਿੱਚ ਸੰਘਰਸ਼ ਹੋਰ ਕਿਹੜੇ ਤਰੀਕੇ ਨਾਲ ਤੇ ਕਿਵੇਂ ਤਿੱਖਾ ਕੀਤਾ ਜਾਂਦਾ। ਤੇ ਉਧਰ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਇਸੇ ਮੋਦੀ ਵਜ਼ਾਰਤ ਦਾ ਪਹਿਲਾਂ ਹਿੱਸਾ ਰਹੇ, ਜਿਸ ਵਕਤ ਆਰਡੀਨੈਂਸ ਜਾਰੀ ਹੋਏ, ਜਿਸ ਵਕਤ ਇਹ ਬਿੱਲ ਬਣੇ, ਤੇ ਉਹਦੇ ਤੋਂ ਬਾਅਦ ਜਦੋਂ ਦੇਖਿਆ ਕਿ ਕਿਸਾਨ ਲਗਾਤਾਰ ਸੰਘਰਸ਼ ਦੇ ਰਾਹ ਤੇ ਮੰਨ ਨਹੀਂ ਰਿਹਾ, ਉਹਨਾਂ ਨੂੰ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ। ਉਹਦੇ ਤੋਂ ਬਾਅਦ ਤੋੜ ਵਿਛੋੜਾ ਵੀ ਕਰਨਾ ਪੈ ਗਿਆ। ਪਰ ਦਿੱਲੀ 'ਚ ਜਿਹੜੀ ਅੱਜ ਮੀਟਿੰਗ ਹੋ ਕੇ ਹਟੀ ਹੈ, ਖੇਤੀਬਾੜੀ ਮੰਤਰਾਲੇ ਤੇ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦੇ ਨਾਲ ਹੋਰ ਹੀ ਮੀਟਿੰਗ ਦਾ ਬਾਈਕਾਟ ਕਰਦਿਆਂ, ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਦੀਆਂ ਫਾਈਲਾਂ ਸਾੜ ਦਿੱਤੀਆਂ ਗਈਆਂ, ਪਾੜ ਦਿੱਤੀਆਂ ਗਈਆਂ। ਉਹਦੇ ਤੇ ਹਰਸਿਮਰਤ ਕੌਰ ਬਾਦਲ ਬੋਲੇ ਆ। ਉਹ ਕਹਿੰਦੇ ਉਹਨਾਂ ਨੂੰ ਉਮੀਦ ਸੀ ਕਿ ਕਿਸਾਨ ਜਥੇਬੰਦੀਆਂ ਦੀ ਕਮੇਟੀ ਚੱਲੀ ਆ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ। ਇਹ ਕੇਂਦਰ ਸਰਕਾਰ ਦਾ ਸਕੱਤਰ ਉਹਨਾਂ ਦੇ ਨਾਲ ਵਧੀਆ ਗੱਲ ਕਰੇਗਾ, ਚੰਗੇ ਮਾਹੌਲ 'ਚ ਗੱਲਬਾਤ ਹੋਏਗੀ ਤੇ ਨਤੀਜਾ ਸਾਰਥਕ ਨਿਕਲੇਗਾ। ਪਰ ਕਹਿੰਦੀ ਬੇਹੱਦ ਅਫਸੋਸ ਹੈ, ਬੜਾ ਦੁੱਖ ਹੈ ਕਿ ਕਿਸਾਨ ਬੀਤੇ ਕਿੰਨਿਆਂ ਦਿਨਾਂ ਤੋਂ, ਕਿੰਨੇ ਹਫ਼ਤਿਆਂ ਤੋਂ ਆਪਣੇ ਪਰਿਵਾਰਾਂ ਸਮੇਤ, ਕਈ ਬੱਚਿਆਂ ਸਮੇਤ ਰੇਲਾਂ ਰੋਕੀ ਬੈਠੇ ਹੈ, ਸੜਕਾਂ ਰੋਕੀ ਬੈਠੇ ਹੈ। ਕੋਈ ਅਡਾਨੀਆਂ ਅਬਾਨੀਆਂ ਦੇ ਗੋਦਾਮ ਰੋਕੀ ਬੈਠਾ, ਕੋਈ ਪੈਟਰੋਲ ਪੰਪ ਰੋਕੀ ਬੈਠਾ। ਉਹ ਕਹਿੰਦੀ ਲੱਗਦਾ ਸੀ ਕਿ ਦਿੱਲੀ ਗਏ ਹੈ ਕੁਝ ਲੈ ਕੇ ਪਰਤਣਗੇ, ਪਰ ਕਹਿੰਦੇ ਕਿਸਾਨਾਂ ਦੇ ਹੱਥ ਕੀ ਲੱਗਿਆ, ਨਿਰਾਸ਼ਾ ਹੀ ਲੱਗੀ। ਉਹ ਕਹਿੰਦੇ ਦਿੱਲੀ ਦੀ ਕੇਂਦਰ ਸਰਕਾਰ ਨੇ ਜਾਂ ਮੰਤਰੀ ਨੇ ਜਾਂ ਮੰਤਰਾਲੇ ਨੇ ਕਿਸਾਨਾਂ ਦੇ ਨਾਲ ਜੀ ਗੱਲਬਾਤ ਕਰਨੀ ਹੀ ਨਹੀਂ ਸੀ, ਜੇ ਉੱਥੇ ਹਾਜ਼ਰ ਹੋਣਾ ਹੀ ਨਹੀਂ ਸੀ ਤਾਂ ਫਿਰ ਕਿਸਾਨ ਸੱਦੇ ਕਿਉਂ, ਇਹ ਜਥੇਬੰਦੀ ਸੱਦੀ ਕਿਉਂ, ਇਹ ਕਮੇਟੀ ਸੱਦੀ ਕਿਉਂ। ਉਹ ਕਹਿੰਦੀ ਮੈਨੂੰ ਇਹ ਦੱਸੋ, ਜੇ ਤੁਸੀਂ ਗੱਲ ਸੁਣਨੀ ਨਹੀਂ, ਜੇ ਉਹਨਾਂ ਦੀਆਂ ਮੰਗਾਂ ਮੰਨਣੀਆਂ ਨਹੀਂ, ਤੇ ਫਿਰ ਕਿਸਾਨ ਸੰਘਰਸ਼ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ। ਉਹ ਕਹਿੰਦੀ ਮੈਨੂੰ ਲੱਗਦਾ ਕਿ ਸੰਘਰਸ਼ ਜਥੇਬੰਦੀਆਂ ਨੂੰ ਹੋਰ ਤੇਜ਼ ਕਰਨਾ ਪਏਗਾ, ਕਿਉਂਕਿ ਕਹਿੰਦੀ ਪਾਣੀ ਹੁਣ ਸਿਰ ਦੇ ਉੱਪਰੋਂ ਦੀ ਨਿਕਲ ਰਿਹਾ ਹੈ। ਉਹ ਕਹਿੰਦੀ ਸਾਡੀ ਪਾਰਟੀ ਭਾਵ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜੀ ਹੈ। ਜਿਸ ਤਰ੍ਹਾਂ ਦਾ ਉਹ ਸੰਘਰਸ਼ ਵਿੱਢਣਗੇ, ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਹੈ, ਕਿਉਂਕਿ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਹਫ਼ਤੇ ਦਾ ਉਹਨਾਂ ਨੇ ਵੀ ਸਮਾਂ ਦੇ ਦਿੱਤਾ ਸੀ ਮੁੱਖ ਮੰਤਰੀ ਪੰਜਾਬ ਨੂੰ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦੋ, ਨਹੀਂ ਤੇ ਅਸੀਂ ਦੱਸਾਂਗੇ ਫਿਰ ਅਗਲੀ ਕਾਰਵਾਈ ਕੀ ਕਰਨੀ ਹੈ।
पर उधरों खबर मिल रही है, तुहाडे नाल कल खबर साझी कीती सी कि कैबिनेट की मीटिंग रखी गई है तो हुण पंजाब सरकार ने इन्हां खेती कानूनां की विरोधता करने वास्ते कह लो जां इन्हां दा मुकाबला करने वास्ते कानून लियाउण दे वास्ते सोमवार का दिन निर्धारित कर लिया तो तरीक बनती है 19 अक्तूबर। 19 अक्तूबर नूं पंजाब विधान सभा का विशेष सैशन बुलाया जा रहा है, उसका फैसला कर लिया गया। इस बारे फैसला मुख्य मंत्री कैप्टन अमरिंदर सिंह की प्रधानगी हेठ कल एक वीडियो कॉन्फ्रेंसिंग के राही मीटिंग हुई है तो इस मंत्रिमंडल की मीटिंग के दौरान मुख्य मंत्री कैप्टन अमरिंदर सिंह ने ऐलान कर दिता है कि अपनी सरकार भाव पंजाब सरकार विधानक कानूनी ਅਤੇ ਹੋਰਨਾਂ ਰਸਤਿਆਂ ਰਾਹੀਂ खेती कानूनों के विरुद्ध लड़ाई लड़ेगी। ਹੁਣ ਵੇਖਦੇ ਹਾਂ, ਉਹ ਕਹਿੰਦੇ ਸੀ ਕਿ ਅਸੀਂ ਇਸ ਕਰਕੇ ਡਿਲੇ ਕਰ ਰਹੇ ਸੀ ਤਾਂ ਕਿ ਕੱਲ੍ਹ ਨੂੰ ਜਿਹੜਾ ਅਸੀਂ ਫੈਸਲਾ ਲੈ ਲੈਣਾ ਇਸ ਖਾਸ ਇਜਲਾਸ ਦੇ ਵਿੱਚ ਮਤਾ ਪਾਸ ਕਰ ਲੈਣਾ ਕਿ ਉਹਨੂੰ ਨਿਆਇਕ ਤੌਰ ਦੇ ਉੱਤੇ ਚੁਣੌਤੀ ਨਾ ਮਿਲ ਸਕੇ। ਹੁਣ ਵੇਖਦੇ ਹਾਂ ਕਿ 19 ਅਕਤੂਬਰ ਨੂੰ ਬੁਲਾਏ ਗਏ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਕਿੰਨਾ ਕੁ ਧੜੱਲੇਦਾਰ ਫੈਸਲਾ ਲੈ ਲਿਆ ਜਾਂਦਾ ਹੈ। पर किसानों ने आख्या सी आ जिहड़ी तरीक अज लंघ रही है, किसानों ने अल्टीमेटम दिता सी कि जेकर 15 तरीक तक मुख्यमंत्री कैप्टन अमरिंदर सिंह की सरकार ने फैसला ना लिया कि असी विशेष इजलास सद के कोई फैसला करांगे तो फिर असी जिवें भाजपा के लीडरां दे घर रोक रहे हैं ना, कोठियां घेर रहे हैं, लीडरां नूं घेर रहे हैं, तो ये तो बाद 15 तरीक तो बाद असी ये अपने संघर्ष का रुख कांग्रेसी लीडरां वाल कर देना, मंत्री संतरियां दे घर घेरे जाणगे। चंगा होया उहदे तो पहला फैसला कर लिया गया। हुण दूसरे पासे एक होर अहम केस है, तुहानूं पता है कि पंजाब पुलिस के साबका पुलिस मुखी सुमेध सैनी उन्हां दे उत्ते कतल का मुकदमा है। मुल्तानी केस लगभग हुण तां 30 वरे हो चले है। जबरी अगवा किया गया, खुरद-बुरद लाश भी कर दी गई, थाणे दे विच अन्ना तशद्दद भी ढाया गया, सारियां पेशियां हो चुकियां ने, गवाह सामने आ चुके हैं। तो उहदे तो बाद इस केस मुल्तानी केस दे विच मानयोग अदालत ने हुण पंजाब सरकार नूं आखिआ क्योंकि मोहाली दे वसनीक अते सिटको दे जूनीयर इंजीनियर सन बलवंत सिंह मुल्तानी, जिन्हां नूं घरों जबरी चुक के अगवा करके भेद भरी हालत विच लापता कर दिता सी। ते इस मामले दे विच नामजद होए ने पंजाब दे साबका DGP सुमेध सैनी। तो सुमेध सैनी के खिलाफ मोहाली के मटौर थाने के धारा 302 भी लगी हुई है, 364 भी लगी हुई है, तो कई होर सख्त धारावां भी दर्ज कीतियां गईयां ने। तो ये जड़ियां धारावां सुमेध सैनी के उत्ते लग चुकियां ने, FIR दर्ज हो चुकी है। हुण इस FIR नूं सुमेध सैनी अपने वकीलों के राहीं रद्द करवाउणा चाहुंदा है। इस मामले की सुनवाई अज सुप्रीम कोर्ट दे विच हुई है। मानयोग सुप्रीम कोर्ट ने पंजाब सरकार ते शिकायतकर्ता नूं नोटिस जारी किया है, नोटिस भेज के सिर्फ 3 हफ्तियां का समा दिता है। वो कहते 21 दिनों के अंदर अंदर अपना जवाब दाखिल करो तां जो इस केस का निबेड़ा किया जा सके, अगे इसनूं वधाया जा सके, अगे केस नूं तोड़िया जा सके। उधर सुमेध सैनी ने अपने वकीलों के राहीं सुप्रीम कोर्ट दे विच पटीशन दायर करके उहदे खिलाफ जिहड़ी आ मटौर थाणे दे विच दर्ज अपराधक केस होया 302 भी जिस दे विच लगी हुई है, वो कहते इस केस नूं मुढ़ों रद्द किया जाए। हुण सुमेध सैनी ने पटीशन दे विच कहा है कि जिहड़े मेरे खिलाफ मटौर थाणे दे विच लगभग 29 सालों तो बाद अपराधक मामला दर्ज किया गया, वो कहता यह मामला बनता ही नहीं, ये मामला सियासत तो प्रेरित है। हुण ये मामला सच्ची मुच्ची सियासत तो प्रेरित है जां नहीं प्रेरित, इसका फैसला तो करना है भारत की सुप्रीम कोर्ट ने। पर उन्होंने शिकायतकर्ता नूं ते दूसरे पासे पंजाब सरकार दोनों नूं नोटिस कढ़ दिते है, पर पता तो सुमेध सैनी नूं भी होना है कि सच्ची मुच्ची ये सियासत तो प्रेरित है। जां ये दस दिओ कि लगभग 29-30 वरे पहलां बलवंत सिंह मुल्तानी नूं उहदे घर दे विचों चुक्या नहीं सी गया। आ जिहड़े पुलिस दे मुलाजम रहे ने जिन्हां ने गवाही दित्ती है कि सुमेध सैनी जी वो तुहाडे नाल नहीं सी हुंदे, जां जिहड़ा पिंकी कैट कहंदे ने जिसनूं जिन्हें यह गवाही दी है तो परचा FIR दर्ज करवाई है कि वह पंजाब पुलिस का मुलाजम नहीं सी हुंदा, जां जिहड़े नाल दी हवालात विच बंद सी जिन्हां ने गवाही दी है, जिहड़े कहंदे साडीआं अखां दे सामने अन्ना तशद्दद ढाया है कि सचमुच दस्सिओ कि वह भी उस वक्त उस थाणे विच बंद नहीं सी। भावें कुछ भी होवे, इस चीज़ का फैसला तो करना मानयोग अदालत ने, पर वेखदे हां कि पंजाब सरकार की पक्ष रखती है।
ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਮਾਮਲਾ ਆਇਆ ਉਹ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਅਗਲੀ ਅਹਿਮ ਖਬਰ ਇਹ ਹੈ ਕਿ ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣੀ ਹੈ। ਇਹ ਆਪਾਂ ਨੂੰ ਪਤਾ ਹੈ ਕਿ ਰਾਸ਼ਟਰਪਤੀ ਇੱਕ ਨੇ ਬਣ ਜਾਣਾ ਤੇ ਦੂਸਰੇ ਨੇ ਹਾਰ ਜਾਣਾ। ਤੇ ਇਹ ਵੀ ਆਪਾਂ ਨੂੰ ਪਤਾ ਹੈ ਕਿ ਇਹ ਚੋਣ ਲੋਕਾਂ ਨੇ ਵੋਟ ਪਰਚੀ ਦੇ ਨਾਲ ਤੈਅ ਕਰਨੀ ਹੈ ਕਿ ਕਿਹਨੂੰ ਹਰਾਉਣਾ ਤੇ ਕਿਹਨੂੰ ਜਿਤਾਉਣਾ। ਹੋ ਸਕਦਾ ਕਿ ਅਸੀਂ ਰਾਸ਼ਟਰਪਤੀ ਟਰੰਪ ਦੇ ਸਮਰਥਕ ਹੋਈਏ। ਜੇ ਕੋਈ ਬੰਦਾ ਇਹ ਕਹੇ ਕਿ ਟਰੰਪ ਨੇ ਹਾਰ ਜਾਣਾ, ਉਹਨਾਂ ਨੂੰ ਭੈੜਾ ਲੱਗਣਾ, ਉਹਨਾਂ ਨੂੰ ਬੁਰਾ ਲੱਗਣਾ। ਹੋ ਸਕਦਾ ਕੋਈ ਡੈਮੋਕ੍ਰੇਟ ਪਾਰਟੀ ਦਾ ਸਮਰਥਕ ਹੋਵੇ ਜਿਹਨੂੰ ਕਹੇ ਕਿ ਜੋ ਬਾਈਡੇਨ ਨੇ ਹਾਰ ਜਾਣਾ, ਉਹਨੂੰ ਹੋ ਸਕਦਾ ਬੁਰਾ ਲੱਗ ਸਕੇ। ਪਰ ਮੰਦਾ ਕੀ ਲੱਗ ਰਿਹਾ ਤੇ ਚੰਗਾ ਕੀ ਲੱਗ ਰਿਹਾ, ਇਸ ਦਾ ਫੈਸਲਾ ਕਰਨਾ ਅਮਰੀਕਾ ਦੇ ਲੋਕਾਂ ਨੇ, ਕਰਨਾ ਵੀ ਵੋਟ ਪਾ ਕੇ ਹੈ। ਪਰ ਉਹ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਦੀ ਲਗਭਗ ਹਰ ਇੱਕ ਬੰਦਾ ਉਹਦੇ ਨੂੰ ਅੱਖ ਟਿਕਾਈ ਬੈਠਾ ਹੈ ਤੇ ਪਹਿਲੀ ਵਾਰੀ ਨਹੀਂ ਹੋ ਰਿਹਾ। ਭਾਵੇਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਣਿਆ ਸੀ ਤੇ ਭਾਵੇਂ ਕਿਸੇ ਹੋਰ ਮੁਲਕ ਦੇ ਵਿੱਚ ਆ ਭਵਿੱਖਬਾਣੀਆਂ ਬਹੁਤ ਹੁੰਦੀਆਂ ਨੇ। ਸਾਰੀਆਂ ਨਿਗਾਹਾਂ ਉਸ ਵਿਅਕਤੀ ਤੇ ਟਿਕ ਜਾਂਦੀਆਂ ਨੇ ਕਿ ਕਿਹੜਾ ਬੰਦਾ ਭਵਿੱਖਬਾਣੀ ਕਿਹੋ ਜਿਹੀ ਕਰਦਾ। ਤੇ ਹੁਣ ਇੱਕ ਵਿਅਕਤੀ ਦਾ ਮੈਂ ਨਾਮ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। 1984 ਤੋਂ ਇਹ ਬੰਦਾ ਭਵਿੱਖਬਾਣੀ ਕਰਦਾ ਆ ਰਿਹਾ ਹੈ। ਹਾਲਾਂਕਿ ਮੈਂ ਦੱਸ ਰਿਹਾ ਕਿ ਭਵਿੱਖਬਾਣੀ ਨੇ ਜਿਤਾਉਣਾ ਹਰਾਉਣਾ ਨਹੀਂ, ਪਰ ਤਾਂ ਵੀ ਲੋਕ ਸੱਟੇ ਵੀ ਲਾਉਂਦੇ ਆ। ਇਸੇ ਤਰ੍ਹਾਂ ਗੇਮ ਦੇ ਵਿੱਚ ਵੀ ਹੁੰਦਾ। ਗੇਮ ਕੋਈ ਟੀਮ ਜਿੱਤਦੀ ਆ ਜਾਂ ਹਾਰਦੀ ਆ, ਉਹਨਾਂ ਦੀ ਕਾਰਗੁਜ਼ਾਰੀ ਤੇ ਹੁੰਦਾ ਕਿ ਚੰਗਾ ਖੇਡਦੇ ਆ ਜਾਂ ਨਹੀਂ, ਪਰ ਤਾਂ ਵੀ ਲੋਕ ਸੱਟੇ ਵੀ ਲਾਉਂਦੇ ਆ, ਭਵਿੱਖਬਾਣੀਆਂ ਵੀ ਕਰਦੇ ਆ ਤੇ ਪਿਛਲੇ ਹਵਾਲੇ ਵੀ ਦਿੰਦੇ ਆ। ਨਹੀਂ ਬਈ, ਇਹਨਾਂ ਤੋਂ ਜੇ ਇੱਥੇ ਗੋਲ ਮਿਲ ਗਿਆ, ਪੈਨਲਟੀ ਮਿਲ ਗਈ, ਇਹਨਾਂ ਨੇ ਜਿੱਤ ਜਾਣਾ। ਹਾਲਾਂਕਿ ਕਈ ਵਾਰੀ ਉਂਝ ਹੁੰਦਾ ਨਹੀਂ। ਹੁਣ ਜਿਹੜਾ ਬੰਦਾ 1984 ਤੋਂ ਭਵਿੱਖਬਾਣੀਆਂ ਕਰਦਾ ਆ ਰਿਹਾ, ਉਸ ਦਾ ਨਾਮ ਹੈ ਐਲਨ ਲਿਚਮੈਨ। ਇਤਿਹਾਸ ਦੇ ਪ੍ਰੋਫੈਸਰ ਲਿਚਮੈਨ ਦੀ ਗਿਣਤੀ ਖਾਸ ਗਿਣੇ ਚੁਣੇ ਵਿਅਕਤੀਆਂ 'ਚ ਕੀਤੀ ਜਾਂਦੀ ਹੈ ਅਤੇ ਬੀਤੇ ਲਗਭਗ 35 ਵਰ੍ਹਿਆਂ ਤੋਂ ਹੁਣ ਤੱਕ ਉਹ ਸਾਰੀਆਂ ਅਮਰੀਕੀ ਚੋਣਾਂ ਦੀ ਭਵਿੱਖਬਾਣੀ ਵੀ ਕਰਦਾ ਆ ਤੇ ਅੱਜ ਤੱਕ ਉਹਦੀਆਂ ਕੀਤੀਆਂ ਭਵਿੱਖਬਾਣੀਆਂ ਸਹੀ ਵੀ ਹੁੰਦੀਆਂ ਰਹੀਆਂ ਨੇ। ਤੇ ਇਸ ਸਾਲ ਵਾਈਟ ਹਾਊਸ ਦੇ ਵਿੱਚ ਕਿਹੜਾ ਬੰਦਾ ਵੜੂਗਾ ਤੇ ਕਿਹੜਾ ਆਊਟ ਹੋਊਗਾ, ਇਹਦੀ ਭਵਿੱਖਬਾਣੀ ਉਸਨੇ ਫੇਰ ਕਰ ਦਿੱਤੀ ਹੈ। ਉਹ ਕਹਿੰਦੇ ਮੌਜੂਦਾ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਨੇ ਡੋਨਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ। ਦੋਨਾਂ ਦੇ ਵਿਚਕਾਰ ਇਸ ਵਕਤ ਟਾਈਟ ਫਾਈਟ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਲਿਚਮੈਨ ਨੇ ਰਾਸ਼ਟਰਪਤੀ ਚੋਣ ਦੀ ਭਵਿੱਖਬਾਣੀ ਦਾ ਕੀਜ਼ ਟੂ ਦਾ ਵਾਈਟ ਹਾਊਸ ਇਸ ਨਾਮ ਦੀ ਇੱਕ ਸਿਸਟਮ ਦੇ ਰਾਹੀਂ ਕੀਤੀ ਹੈ ਤੇ ਇਸ ਨੂੰ ਉਹਨੇ 13 ਕੀਜ਼ ਮਾਡਲ ਦੇ ਨਾਮ ਨਾਲ ਵੀ ਉਹਦੇ ਦੱਸਿਆ ਕਿ ਆਹ 13 ਸਫਲਤਾ ਦੀਆਂ ਕੁੰਜੀਆਂ ਨੇ ਜਿਹਦੇ ਨਾਲ ਕੋਈ ਬੰਦਾ ਵਾਈਟ ਹਾਊਸ ਦੇ ਵਿੱਚ ਜਾ ਸਕਦਾ ਜਾਂ ਵਾਈਟ ਹਾਊਸ ਤੋਂ ਨਿਕਲ ਸਕਦਾ। ਉਹਨਾਂ ਦੇ ਇਸ 13 ਸਵਾਲਾਂ ਦੇ ਮੁੱਦਿਆਂ ਦਾ ਮਾਡਲ ਤਿਆਰ ਕੀਤਾ ਤੇ ਇਸ ਦੇ ਨਾਲ ਉਹ ਰਾਸ਼ਟਰਪਤੀ ਦੀ ਜਿੱਤ ਦੀ ਭਵਿੱਖਬਾਣੀ ਕਰ ਰਿਹਾ ਹੈ। ਹੁਣ ਲਿਚਮੈਨ ਦਾ ਕਹਿਣਾ ਹੈ ਕਿ 1992 ਤੋਂ ਬਾਅਦ ਰਾਸ਼ਟਰਪਤੀ ਟਰੰਪ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਦੁਬਾਰਾ ਰਾਸ਼ਟਰਪਤੀ ਨਹੀਂ ਚੁਣੇ ਜਾਣਗੇ। ਭਾਵ ਇਸ ਵਾਰ ਇਸ ਵਿਅਕਤੀ ਦੇ ਅਨੁਸਾਰ ਕਿ ਰਾਸ਼ਟਰਪਤੀ ਟਰੰਪ ਹਾਰ ਜਾਣਗੇ ਅਤੇ ਜੋ ਬਾਈਡੇਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣ ਜਾਣਗੇ। 1992 ਦੇ ਵਿੱਚ ਤੁਹਾਨੂੰ ਦੱਸਣਾ ਬਣਦਾ ਹੈ ਕਿ 1992 ਦੇ ਵਿੱਚ ਬਿਲ ਕਲਿੰਟਨ ਨੇ ਉਸ ਵਕਤ ਦੇ ਰਾਸ਼ਟਰਪਤੀ ਜਾਰਜ H.W. ਬੁਸ਼ ਨੂੰ ਹਰਾ ਦਿੱਤਾ ਸੀ ਤੇ ਅਮਰੀਕਾ ਦੇ ਵਿੱਚ ਇਹ ਚੋਣ 3 ਨਵੰਬਰ ਨੂੰ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਬਹੁਤ ਸਾਰੇ ਵੋਟਰ ਨੇ ਜਿਨ੍ਹਾਂ ਨੇ ਆਪਣੀ ਵੋਟ ਕਿਸੇ ਨੇੜਲੇ ਪੋਲਿੰਗ ਸਟੇਸ਼ਨ ਤੇ ਜਾ ਕੇ ਬੈਲਟ ਪੇਪਰ ਦੇ ਰਾਹੀਂ ਪਾਉਣੀ ਹੈ ਅਤੇ ਬਹੁਤ ਸਾਰੇ ਲੋਕ ਉਹ ਨੇ ਜਿਨ੍ਹਾਂ ਨੇ ਮੇਲ ਇਨ ਬੈਲਟ ਦੇ ਰਾਹੀਂ ਇਹ ਆਪਣੀ ਵੋਟ ਪਾਉਣੀ ਹੈ। ਹੁਣ ਯੂਨੀਵਰਸਿਟੀ ਆਫ ਫਲੋਰੀਡਾ ਦੇ ਪ੍ਰੋਫੈਸਰ ਨੇ ਮਾਈਕਲ ਮੈਕਡੋਨਲ, ਉਹਨਾਂ ਦੀ ਅਗਵਾਈ ਦੇ ਵਿੱਚ ਅਮਰੀਕੀ ਵੋਟਿੰਗ ਪ੍ਰੋਜੈਕਟ ਨੂੰ ਆ ਜਿਹੜਾ ਇੱਕ ਡਾਟਾ ਜਾਰੀ ਕੀਤਾ ਗਿਆ ਤੇ ਉਸ ਡਾਟੇ ਦੇ ਹਿਸਾਬ ਦੇ ਨਾਲ ਆ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਹੁਣ ਤੱਕ ਪੋਲ ਵੀ ਜਿਹੜੇ ਆ ਰਹੇ ਨੇ। ਹਾਲਾਂਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਭਾਵੇਂ ਕੋਈ ਭਵਿੱਖਬਾਣੀ ਆ, ਭਾਵੇਂ ਕੋਈ ਪੋਲ ਹੈ, ਇਹ ਚੋਣ ਨਹੀਂ ਹੁੰਦੀ। ਹੋ ਸਕਦਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਜਿੱਤ ਜਾਣ, ਹੋ ਸਕਦਾ ਉਹ ਹਾਰ ਜਾਣ। ਇਹ ਫੈਸਲਾ ਅਮਰੀਕਾ ਦੇ ਲੋਕਾਂ ਨੇ ਵੋਟ ਪਰਚੀ ਦੇ ਰਾਹੀਂ ਕਰਨਾ। ਦੇਖਦੇ ਹੁਣ ਤੇ ਕੁਝ ਸਮਾਂ ਰਹਿ ਗਿਆ। ਅਗਲੀ ਅਹਿਮ ਖਬਰ ਹੈ, ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਨੇ, ਬਹੁਤ ਸਾਰੇ ਅਫਸਰ ਨੇ ਜਿਹੜੇ ਬਹੁਤ ਫਿੱਟ ਨੇ, ਤੰਦਰੁਸਤ ਨੇ, ਪਰ ਕਈਆਂ ਦੇ ਢਿੱਡ ਗੋਗੜਾਂ ਛੱਡੀਆਂ ਹੋਈਆਂ ਨੇ। ਆ ਮੋਟੇ ਢਿੱਡਾਂ ਵਾਲੇ ਮੁਲਾਜ਼ਮਾਂ ਦੀ ਹਾਲਤ ਅਦਾਲਤ ਨੇ ਪਤਲੀ ਕੀਤੀ ਹੈ। ਇਹਦੇ ਪਿੱਛੇ ਇੱਕ ਸੱਚੀ ਕਹਾਣੀ ਹੈ, ਇੱਕ ਘਟਨਾ ਹੈ। ਮੋਗਾ ਪੁਲਿਸ ਨੇ ਦਰਅਸਲ 4 ਕਿਲੋ ਡੋਡੇ ਫੜਨੇ ਸੀ। ਹੁਣ ਡੋਡੇ ਫੜ ਨਹੀਂ ਹੋਏ, ਬੰਦਾ ਭੱਜ ਗਿਆ। ਉਹਦੇ ਤੋਂ ਬਾਅਦ ਆ ਲਗਭਗ ਹਾਲਤ ਅਦਾਲਤ ਨੇ ਪਤਲੀ ਕੀਤੀ ਹੈ।
ਪੰਜਾਬ ਦੇ ਵਿੱਚ ਮੋਟੇ ਢਿੱਡ ਵਾਲੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਉਹ ਕੁਝ ਮੁਲਾਜ਼ਮਾਂ ਦੇ ਕਾਰਨ ਵਕਤ ਪੈ ਗਿਆ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ADGP ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਪੁਲਿਸ ਅਕੈਡਮੀ ਦੇ ਵਿੱਚ ਮੋਟੇ ਪੁਲਿਸ ਮੁਲਾਜ਼ਮਾਂ ਦਾ ਸਰੀਰਕ ਫਿਟਨੈਸ ਟੈਸਟ ਲੈਣ ਦਾ ਹੁਕਮ ਸੁਣਾ ਦਿੱਤਾ ਹੈ। ਉਹ ਕਹਿੰਦੇ ਜੇਕਰ ਜ਼ਰੂਰਤ ਮਹਿਸੂਸ ਹੋਈ ਤਾਂ ਆ ਮੋਟੇ ਢਿੱਡਾਂ ਵਾਲੇ ਮੁਲਾਜ਼ਮਾਂ ਨੂੰ 3 ਮਹੀਨਿਆਂ ਵਾਸਤੇ ਸਰੀਰਕ ਫਿਟਨੈਸ ਸਿਖਲਾਈ ਦਾ ਹੁਕਮ ਵੀ ਦੇ ਦਿੱਤਾ ਜਾਵੇ, ਪਰ ਸਾਨੂੰ ਮੁਲਾਜ਼ਮ ਫਿੱਟ ਚਾਹੀਦੇ ਆ। ਅਸਲ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ, ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਨੇ ਬੀਤੇ ਮਹੀਨੇ 16 ਸਤੰਬਰ ਨੂੰ 4 ਕਿਲੋ ਸਾਬਤ ਡੋਡੇ ਬਰਾਮਦ ਕੀਤੇ। ਘਟਨਾ ਡੋਡਿਆਂ ਤੋਂ ਚੱਲੀ ਸੀ, ਪਰ ਜਿਹੜੇ ਮੁਲਜ਼ਮ ਸੀ ਪੁਲਿਸ ਪਾਰਟੀ ਦੇ ਹੱਥ ਨਹੀਂ ਲੱਗ ਸਕੇ, ਡੋਡੇ ਹੱਥ ਲੱਗ ਗਏ। ਜਿਹੜੀ FIR ਥਾਣੇ ਦੇ ਵਿੱਚ ਦਰਜ ਕੀਤੀ ਗਈ, ਉਸ FIR ਦੇ ਮੁਤਾਬਕ ਮੁਲਜ਼ਮ ਸੀ ਮਲਕੀਤ ਸਿੰਘ, ਛੋਟਾ ਨਾ ਉਹਦਾ ਕਾਕਾ, ਪਿੰਡ ਉਹਦਾ ਦੱਸਿਆ ਜਾ ਰਿਹਾ ਕਿਸ਼ਨਗੜ੍ਹ। ਪੁਲਿਸ ਦੱਸ ਰਹੀ ਹੈ ਕਿ ਇਸ ਕਾਕੇ ਕਿਸ਼ਨਗੜ੍ਹੀਏ ਨੂੰ ਅਸੀਂ ਪਹਿਲਾਂ ਤੋਂ ਜਾਣਦੇ ਸੀ। ਮੁਲਜ਼ਮ ਨੇ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕਰ ਲਈ। ਹੁਣ ਬਚਾਅ ਪੱਖ ਦੇ ਜਿਹੜੇ ਵਕੀਲ ਸੀ ਰਾਜੇਸ਼ ਭਟੇਜਾ ਨੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਦੇ ਦੌਰਾਨ ਜਿਹੜੇ ਨੁਕਤੇ ਉਠਾਏ, ਅਸਲ ਦੇ ਵਿੱਚ ਆ ਮੁਲਾਜ਼ਮਾਂ ਦੇ ਹੱਡੀ ਉਹ ਬੈਠੇ ਹੈ। ਨੁਕਤੇ ਜਿਹੜੇ ਉਠਾਏ ਕਿ ਮੁਲਜ਼ਮ ਖਿਲਾਫ ਪਹਿਲਾਂ ਕੋਈ ਕੇਸ ਦਰਜ ਹੀ ਨਹੀਂ, ਇਹ ਕਹੀ ਜਾਂਦੇ ਨੇ ਅਸੀਂ ਨੂੰ ਪਹਿਲਾਂ ਤੋਂ ਜਾਣਦੇ ਸੀ। ਉਹ ਕਹਿੰਦੇ ਉਸ ਦੀ ਉਮਰ 45 ਵਰ੍ਹੇ ਹੋ ਚੁੱਕੀ ਹੈ। ਪੁਲਿਸ ਪਾਰਟੀ ਵਿੱਚ ਨੌਜਵਾਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ ਤੇ ਕੇਸ ਦੀ ਸਾਰੀ ਕਹਾਣੀ ਜਿਹੜੀ ਘੜੀ ਗਈ ਹੈ, ਜੋ FIR ਵਿੱਚ ਲਿਖਿਆ ਗਿਆ, ਸਾਰਾ ਝੂਠ ਦਾ ਪਲੰਦਾ ਹੈ। ਹੁਣ ਝੂਠ ਦਾ ਪਲੰਦਾ ਕਿਵੇਂ ਹੈ? ਉਹ ਕਹਿੰਦੇ ਪੁਲਿਸ ਪਾਰਟੀ ਵਿੱਚ ਨੌਜਵਾਨ ਪੁਲਿਸ ਮੁਲਾਜ਼ਮ ਮੌਜੂਦ ਸੀ, ਉਹ ਫਿਰ ਵੀ ਇਹਨੂੰ ਕਾਬੂ ਕਿਉਂ ਨਾ ਕਰ ਸਕੇ, ਇਸ ਗੱਲ ਦਾ ਜਵਾਬ ਦਿੱਤਾ ਜਾਵੇ। ਉਹ ਜੇ ਕਹਿੰਦੇ ਨੇ ਕਿ ਅਸੀਂ ਡੋਡੇ ਤਾਂ ਉਹਦੇ ਕੋਲੋਂ ਫੜ ਲਏ 4 ਕਿਲੋ, ਪਰ ਅਸੀਂ ਕਾਕੇ ਕਿਸ਼ਨਗੜ੍ਹੀਏ ਨੂੰ ਵੀ ਫੜ ਸਕੇ। ਹਾਈ ਕੋਰਟ ਨੇ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਵੀ ਮਨਜ਼ੂਰ ਕਰ ਲਈ ਅਤੇ ਨਾਲ ਮਾਨਯੋਗ ਅਦਾਲਤ ਵੱਲੋਂ ਇੱਕ ਅਜਿਹਾ ਹੁਕਮ ਸੁਣਾਇਆ ਗਿਆ ਹੈ ਜਿਸ ਨਾਲ ਪੰਜਾਬ ਦੇ ਮੋਟੇ ਢਿੱਡਾਂ ਵਾਲੇ ਪੁਲਿਸ ਵਾਲਿਆਂ ਦੀ ਸ਼ਾਮਤ ਆ ਗਈ। ਜਸਟਿਸ ਅਰਵਿੰਦ ਸਿੰਘ ਸੰਗਵਾਲ ਨੇ ਕਿਹਾ ਕਿ ਆਮ ਤੌਰ ਤੇ ਬਹੁਤੇ ਕੇਸਾਂ ਦੇ ਵਿੱਚ ਆਹੋ ਕਿਹਾ ਜਾਂਦਾ ਹੈ ਕਿ ਭਾਈ ਮੁਲਜ਼ਮ ਫਰਾਰ ਹੋ ਗਿਆ, ਉਹਦੀ ਉੱਥੇ ਜਾਂ ਤਾਂ ਜਿਹੜੀ ਡਰੱਗ ਸੀ ਅਸੀਂ ਫੜ ਲਈ। ਉਹ ਕਹਿੰਦੇ ਮੁਲਜ਼ਮ ਪੁਲਿਸ ਦੇ ਹੱਥੋਂ ਫਰਾਰ ਕਿਵੇਂ ਹੋ ਜਾਏ, ਪਹਿਲਾਂ ਇਹ ਦੱਸੋ। ਹਾਈ ਕੋਰਟ ਨੇ ਹੁਕਮ ਸੁਣਾ ਦਿੱਤਾ ਕਿ ਜਿਹੜੇ ਅਨਫਿਟ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਰੇਡ ਉੱਪਰ ਨਹੀਂ ਬਲਕਿ ਪੁਲਿਸ ਸਿਖਲਾਈ ਅਕੈਡਮੀ 'ਚ ਭੇਜਿਆ ਜਾਵੇ ਤੇ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਉਹਨਾਂ ਦੇ ਫਿਟਨੈਸ ਟੈਸਟ ਕੀਤੇ ਜਾਣ, ਕਿਉਂਕਿ ਜੇਕਰ ਕਹਿੰਦੇ ਜਿਹੜਾ ਪੁਲਿਸ ਮੁਲਾਜ਼ਮ ਹੈ ਫਿੱਟ ਹੀ ਨਹੀਂ ਹੋਊ, ਅਪਰਾਧੀਆਂ ਨੂੰ ਕਾਬੂ ਕਿਵੇਂ ਕਰੂ। ਆਹ ਕਹਿੰਦੇ ਤਾਜ਼ਾ ਉਦਾਹਰਨ ਸਾਡੇ ਸਾਹਮਣੇ ਪਈ ਹੈ। ਕਹਿੰਦੇ ਅਪਰਾਧੀ ਪੁਲਿਸ ਦੀ ਹਾਜ਼ਰੀ 'ਚ ਫਰਾਰ ਹੋ ਰਹੇ ਨੇ ਤੇ ਪੁਲਿਸ ਵਾਲੇ ਕੀ ਕਰਦੇ ਆ, ਐਡੇ ਐਡੇ ਢਿੱਡ ਲੈ ਕੇ ਭੱਜਣ ਕਿੱਥੇ। ਹੁਣ ਉਧਰ ਪੁਲਿਸ ਪਾਰਟੀ ਕਹਿੰਦੀ ਅਸੀਂ ਗੁਪਤ ਸੂਚਨਾ ਦੇ ਆਧਾਰ ਤੇ ਮੁਲਜ਼ਮਾਂ ਦੇ ਘਰ ਛਾਪਾਮਾਰੀ ਕੀਤੀ ਸੀ, ਪਰ ਤਰਕ ਦਿੱਤਾ ਜਾ ਰਿਹਾ ਹੈ ਕਿ ਮੁਲਜ਼ਮ ਕੋਠੇ ਕੰਧਾ ਟੱਪਦਾ ਫਰਾਰ ਹੋ ਗਿਆ। ਉਹ ਕਹਿੰਦੇ ਪੁਲਿਸ ਮੁਲਜ਼ਮ ਨੂੰ ਪਿੱਛੇ ਭੱਜ ਨਹੀਂ ਸਕੀ, ਜੇ ਉਹ ਕੰਧਾ ਕੋਠੇ ਟੱਪ ਸਕਦਾ ਸੀ ਉਹਦੇ ਕੋਲ ਤਾਂ ਟ੍ਰੇਨਿੰਗ ਕੋਈ ਨਹੀਂ, ਪੁਲਿਸ ਮੁਲਾਜ਼ਮਾਂ ਕੋਲ ਤਾਂ ਟ੍ਰੇਨਿੰਗ ਵੀ ਹੈ, ਇਹ ਉਹਨੂੰ ਕਾਬੂ ਕਿਉਂ ਨਹੀਂ ਕਰ ਸਕੇ। ਇਹਦਾ ਮਤਲਬ ਇਹ ਬੰਦੇ ਫਿੱਟ ਨਹੀਂ ਸੀ। ਸੋ ਹੁਣ ਇਹਦੇ ਤੋਂ ਬਾਅਦ ਇੱਕ ਬੰਦੇ ਦੇ ਭੱਜਣ ਤੋਂ ਬਾਅਦ ਜਦੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਗਿਆ, ADGP ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੁਕਮ ਮਾਨਯੋਗ ਅਦਾਲਤ ਨੇ ਸੁਣਾ ਦਿੱਤਾ, ਆ ਮੋਟੇ ਢਿੱਡਾਂ ਵਾਲਿਆਂ ਨੂੰ, ਬਹੁਤੇ ਭਾਰ ਵਾਲਿਆਂ ਨੂੰ ਇਹਨਾਂ ਦਾ ਫਿਟਨੈਸ ਟੈਸਟ ਲਿਆ ਜਾਵੇ, ਜੇ ਨਹੀਂ ਤਾਂ 3 ਮਹੀਨੇ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਇਹਨਾਂ ਨੂੰ ਪੁਲਿਸ ਸਿਖਲਾਈ ਵੀ ਦਿੱਤੀ ਜਾਵੇ। ਪਰ ਪੁਲਿਸ ਮੁਲਾਜ਼ਮ ਫਿੱਟ ਦਿਖਣ, ਢਿੱਡ ਨਜ਼ਰ ਨਾ ਆਉਣ। ਹੁਣ ਦੇਖਦੇ ਹਾਂ ਕਿ ਢਿੱਡ ਘਟਦੇ ਆ ਜਾਂ ਮਾਨਯੋਗ ਅਦਾਲਤ ਦੀ ਇਸ ਸੁਣਾਈ ਹੋਈ ਗੱਲ ਦੇ ਉੱਤੇ ਪੁਲਿਸ ਜਾਂ ਪੁਲਿਸ ਦੀਆਂ ਪਾਰਟੀਆਂ ਅਮਲ ਕਰਦੀਆਂ ਨੇ ਜਾਂ ਨਹੀਂ ਕਰਦੀਆਂ, ਪਰ ਅਦਾਲਤਾਂ ਅਮਲ ਕਰਵਾ ਲੈਂਦੀਆਂ ਹੁੰਦੀਆਂ ਨੇ। ਕੁਝ ਇੱਕ ਨੂੰ ਔਖਾ ਵੀ ਲੱਗਣਾ ਤੇ ਕੁਝ ਇੱਕ ਚਲੋ ਇਸ ਬਹਾਨੇ ਫਿੱਟ ਵੀ ਹੋ ਜਾਣਗੇ। ਅਗਲੀ ਜਿਹੜੀ ਖਬਰ ਹੈ ਉਹ ਖਬਰ ਹੈ ਸਾਡੇ ਡਿੱਗਦੇ ਮਿਆਰਾਂ ਦੀ, ਸਾਡੇ ਕਿਰਦਾਰਾਂ ਦੀ। ਆਮ ਤੌਰ ਤੇ ਕੋਈ ਔਰਤ ਨਹੀਂ ਚਾਹੁੰਦੀ ਕਿ ਉਹਦੇ ਸਿਰ ਦਾ ਸੁਹਾਗ ਉਜੜੇ ਜਾਂ ਉਸ ਨੂੰ ਕੋਈ ਇਸ ਤਰ੍ਹਾਂ ਦੀ ਗਾਲੀ ਗਲੋਚ, ਕੋਈ ਤਾਨਾ ਮਿਹਣਾ ਵੀ ਦੇਵੇ। ਪਰ ਆਹ ਅਜੀਬ ਗੱਲ ਹੈ ਕਿ ਪਤੀ ਹੁੰਦੇ ਸੋ ਹੁੰਦੇ ਵਿਧਵਾ ਹੋਣ ਦਾ ਨਾਟਕ ਕਰਕੇ ਪੈਨਸ਼ਨਾਂ ਲੈ ਰਹੀਆਂ ਸੀ। ਇਹ ਭਾਈ ਕਿਸੇ ਹੋਰ ਮੁਲਕ ਦੀ ਗੱਲ ਨਹੀਂ ਸੁਣਾ ਰਿਹਾ, ਭਾਰਤ ਦੀ ਯੂਪੀ ਦੇ ਬਦਾਊਂ ਜ਼ਿਲ੍ਹੇ ਦੇ ਵਿੱਚੋਂ ਪਤਾ ਲੱਗਿਆ ਕਿ ਆਪਣੇ ਪਤੀ ਨੂੰ ਮ੍ਰਿਤਕ ਦੱਸ ਕੇ ਵਿਆਹੀਆਂ ਹੋਈਆਂ ਔਰਤਾਂ ਵਿਧਵਾ ਪੈਨਸ਼ਨ ਦੀ ਜਿਹੜੀ ਯੋਜਨਾ ਚੱਲ ਰਹੀ ਆ ਉਹਦਾ ਲਾਭ ਪ੍ਰਾਪਤ ਕਰ ਰਹੀਆਂ ਸੀ। ਹੁਣ ਤੱਕ ਪ੍ਰਸ਼ਾਸਨ ਨੇ 106 ਅਜਿਹੇ ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਜ਼ਿਲ੍ਹਾ ਅਧਿਕਾਰੀਆਂ ਨੇ ਤਤਕਾਲ ਮਾਮਲੇ ਤੇ ਨੋਟਿਸ ਲੈਂਦੇ ਹੋਏ ਪੈਨਸ਼ਨ ਰੋਕਣ ਦੀ ਕਾਰਵਾਈ ਵੀ ਅਮਲ 'ਚ ਲਿਆਂਦੀ ਹੈ।
ਪਰ ਹਲੇ ਤੱਕ ਉਹਨਾਂ ਨੂੰ ਦਿੱਤੀ ਗਈ ਰਾਸ਼ੀ ਕਹਿੰਦੇ ਵਸੂਲੀ ਜਾਏਗੀ। ਇਹ ਨਿਰਦੇਸ਼ ਦੇ ਦਿੱਤੇ ਨੇ ਕਿ ਜਿੰਨੀ ਦੇਰ ਦੀਆਂ ਉਹ ਪੈਨਸ਼ਨਾਂ ਲੈ ਰਹੀਆਂ ਸੀ ਉਹ ਵਾਪਸ ਲੈ ਜਾਣਗੇ। ਇਹਦੇ 'ਚ ਇੱਕ ਦੂਸਰਾ ਪੱਖ ਵੀ ਨਿਕਲ ਕੇ ਸਾਹਮਣੇ ਆਇਆ ਕਿ ਕਈਆਂ ਔਰਤਾਂ ਦੀ ਸੱਚਮੁੱਚ ਪਹਿਲੇ ਪਤੀ ਦੀ ਮੌਤ ਹੋਈ ਸੀ। ਇਹ ਨਹੀਂ ਸੀ, ਕਈਆਂ ਤਾਂ ਬਿਲਕੁਲ ਹੀ ਨਹੀਂ ਹੋਈ, ਪਹਿਲਾਂ ਹੀ ਵਿਆਹ ਹੈ, ਪਰ ਕਈਆਂ ਦੇ ਪਹਿਲੇ ਪਤੀ ਦੀ ਮੌਤ ਹੋਈ, ਬਾਅਦ ਦੇ ਵਿੱਚ ਘਰਦਿਆਂ ਨੇ ਉਸ ਦਾ ਦੂਜਾ ਵਿਆਹ ਕਰ ਦਿੱਤਾ। ਪਰ ਜੇ ਦੂਜਾ ਵਿਆਹ ਕਰ ਲਿਆ ਸੀ, ਕਰਵਾ ਲਿਆ ਸੀ, ਤਾਂ ਇਹ ਤਾਂ ਦੱਸਣਾ ਬਣਦਾ ਸੀ ਨਾ ਕਿ ਹੁਣ ਮੈਂ ਵਿਧਵਾ ਨਹੀਂ ਰਹੀ, ਹੁਣ ਮੈਂ ਕਿਸੇ ਹੋਰ ਪਾਸੇ ਵਿਆਹ ਕਰਵਾ ਲਿਆ। ਪਰ ਦੱਸਿਆ ਜਾ ਰਿਹਾ ਅਧਿਕਾਰੀਆਂ ਵੱਲੋਂ ਕਿ ਉਹਨਾਂ ਨੇ ਦੂਸਰਾ ਵਿਆਹ ਕਰਵਾਉਣ ਤੋਂ ਬਾਅਦ ਵੀ ਇਹ ਦੱਸਿਆ ਹੀ ਨਹੀਂ ਕਿ ਹੁਣ ਅਸੀਂ ਭਾਈ ਵਿਧਵਾ ਨਹੀਂ, ਅਸੀਂ ਮੁੜ ਕੇ ਸੁਹਾਗਣ ਹੋ ਗਈਆਂ ਤੇ ਉਹ ਪਹਿਲੇ ਪਤੀ ਦੀ ਮੌਤ ਦਾ ਉਸੇ ਤਰੀਕੇ ਪੈਨਸ਼ਨ ਵਾਲਾ ਲਾਭ ਲਈ ਆ ਰਹੀਆਂ ਨੇ। ਤੇ ਕੁਝ ਮਾਮਲੇ ਅਜਿਹੇ ਨੇ ਕਿ ਜਿਨ੍ਹਾਂ ਦੇ ਵਿੱਚ ਪਹਿਲੇ ਪਤੀ ਦੀ ਵੀ ਮੌਤ ਹੋਈ ਨਹੀਂ। ਹੁਣ ਇਹਦਾ ਮਤਲਬ ਕਿਸੇ ਨਾ ਕਿਸੇ ਨਾਲ ਤਾਂ ਮਿਲੀ ਭੁਗਤ ਸੀ, ਕਿਸੇ ਨੇ ਤਾਂ ਇਹ ਸਕੀਮ ਦਿੱਤੀ ਹੈ ਕਿ ਭਾਈ ਆਪਾਂ ਇਸ ਤਰੀਕੇ ਨਾਲ ਤੁਹਾਨੂੰ ਪੈਨਸ਼ਨ ਦਵਾ ਸਕਦੇ ਹਾਂ, ਤੇ ਹਰ ਕੋਈ ਚਾਹੁੰਦਾ ਕਿ ਚਲੋ ਠੀਕ ਹੈ ਭਾਈ, ਜੇ ਇਸ ਤਰ੍ਹਾਂ ਪੈਨਸ਼ਨ ਮਿਲ ਸਕਦੀ ਹੈ ਤਾਂ ਆਪਾਂ ਵਸੂਲ ਲੈਂਦੇ ਹਾਂ। ਹੁਣ ਇੱਕ ਇਹਨਾਂ ਵਿੱਚੋਂ ਹੋਰ ਸਾਹਮਣੇ ਗੱਲ ਆਈ ਹੈ ਕਿ 891 ਮ੍ਰਿਤਕ ਜਨਾਨੀਆਂ ਦੇ ਵੀ ਖਾਤੇ ਹੈ, ਪੈਨਸ਼ਨ ਉੱਥੇ ਵੀ ਆਈ ਜਾਂਦੀ ਹੈ। ਪਹਿਲਾ ਤਾਂ ਮਾਮਲਾ ਇਹ ਸੀ ਕਿ ਬਹੁਤ ਸਾਰੀਆਂ ਜਨਾਨੀਆਂ ਦੇ ਪਤੀ ਦੀ ਮੌਤ ਨਹੀਂ ਹੋਈ, ਵਿਧਵਾ ਪੈਨਸ਼ਨ ਲੈ ਰਹੀਆਂ ਨੇ। ਦੂਸਰਾ ਮਾਮਲਾ ਸਾਹਮਣੇ ਆਇਆ ਹੈ ਕਿ ਦੂਸਰਾ ਵਿਆਹ ਕਰਵਾ ਲਿਆ ਤਾਂ ਵੀ ਪੈਨਸ਼ਨ ਲੈ ਰਹੀਆਂ ਨੇ। ਆ ਤੀਸਰਾ ਮਾਮਲਾ ਹੈ ਕਿ 891 ਜਨਾਨੀਆਂ ਮਰ ਚੁੱਕੀਆਂ ਨੇ, ਇਸ ਦੁਨੀਆ ਤੇ ਨਹੀਂ, ਜਹਾਨ ਤੇ ਨਹੀਂ, ਪਰ ਉਹਨਾਂ ਦੇ ਖਾਤਿਆਂ 'ਚ ਵੀ ਪੈਨਸ਼ਨ ਆਈ ਜਾ ਰਹੀ ਹੈ। ਮੌਤ ਹੋਣ ਦੇ ਬਾਵਜੂਦ ਪੈਨਸ਼ਨ ਆਈ ਜਾ ਰਹੀ ਹੈ। ਹੁਣ ਇਹ ਪੈਨਸ਼ਨ ਦੀ ਰਕਮ ਜਾਂ ਫਿਰ ਕਿੱਥੇ ਰਹੀ ਹੈ, ਇਹਨਾਂ ਨੂੰ ਬੰਦ ਕਿਉਂ ਨਹੀਂ ਕੀਤਾ ਗਿਆ? ਇਹ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਨੇ, ਪਰ ਸਾਡੇ ਡਿੱਗਦੇ ਕਿਰਦਾਰਾਂ ਦੀ, ਡਿੱਗਦੇ ਮਿਆਰਾਂ ਦੀ ਨਿਸ਼ਾਨੀ ਹੈ ਕਿ ਅਸੀਂ ਲਾਭ ਕਿਵੇਂ ਪ੍ਰਾਪਤ ਕਰ ਰਹੇ ਹਾਂ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ, ਕੁਝ ਜਾਣਕਾਰੀਆਂ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰਿਓ। ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਜਾਣਕਾਰੀਆਂ ਚੰਗੀਆਂ ਲੱਗੀਆਂ ਨੇ। ਪਰ ਆਓ ਹੁਣ ਜਾਣ ਤੋਂ ਪਹਿਲਾਂ ਕਹੀਏ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।